ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਕੱਲ ਵਿਚਾਰ ਸ਼ੁਰੂ ਕੀਤੀ ਸੀ ਤਿਲੰਗ ਰਾਗ ਦੀ ਬਾਣੀ। ਕੱਲ ਆਪਾਂ ਵਿਚਾਰੇ ਸੀ 4 ਸ਼ਬਦ। ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਤਿਲੰਗ ਮਹੱਲਾ ਪਹਿਲਾ। ਤਿਲੰਗ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ। ਇਹ ਉਦੋਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਲਾਲੋ ਜੀ ਦੇ ਕੋਲ ਸਨ, ਉਦੋਂ ਦੱਸਦੇ ਹਨ ਕਿ ਬਾਬਰ ਨੇ ਹਮਲਾ ਕੀਤਾ ਸੀ ਤੇ ਬਹੁਤ ਸਾਰਾ ਕਤਲੇਆਮ ਹੋਇਆ ਸੀ ਤੇ ਉਸ ਦੇ ਪਰਥਾਏ ਇਹ ਬਾਣੀ ਜਿਹੜੀ ਹੈ ਲਿਖੀ ਗਈ ਹੈ। ਇਸ ਨੂੰ ਜੇ ਆਪਾਂ ਆਪਣੇ ਜੀਵਨ ਦੇ ਵਿੱਚ, ਕਿਉਂਕਿ ਜਿਹੜੀ ਬਾਣੀ ਹੈ, ਬਾਣੀ ਸਦਾ ਵਾਸਤੇ ਹੁੰਦੀ ਹੈ, ਇਸ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ, ਰੋਜ਼ ਦੇ ਜੀਵਨ ਦੇ ਵਿੱਚ ਵੀ ਇਸ ਨੂੰ ਵਿਚਾਰ ਸਕਦੇ ਹਾਂ। ਤੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਲਾਲੋ ਨੂੰ ਕਿ ਜਿਹੋ ਜੀ ਮੈਨੂੰ ਖਸਮ ਦੇ ਵੱਲੋਂ ਬਾਣੀ ਆਉਂਦੀ ਹੈ, ਮੈਂ ਉਹ ਜਿਹਾ ਗਿਆਨ ਦੇ ਰਹਾ ਹਾਂ, ਉਹ ਮੈਂ ਬਿਆਨ ਕਰ ਰਿਹਾ ਹਾਂ। ਪਾਪ ਕੀ ਜੰਜ ਲੈ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਵੀ ਕਾਬਲ ਤੋਂ ਬਾਬਰ ਨੇ ਇਹ ਪਾਪਾਂ ਦੀ ਜੰਜ ਲੈ ਕੇ ਚੱਲਿਆ, ਉੱਥੋਂ ਆਇਆ ਹੈ ਤੇ ਲੋਕਾਂ ਤੋਂ ਲੁੱਟ ਖੋਹ ਕਰਦਾ ਹੈ, ਜ਼ੋਰ ਦੇ ਨਾਲ ਦਾਨ ਮੰਗਦਾ ਹੈ। ਆਪਣੀ ਅਵਸਥਾ ਸੌਂਪ ਦਿਓ, ਕਿਉਂਕਿ ਲੁੱਟ ਮਾਰ ਕਰਦਾ ਸੀ, ਪਾਪਾਂ ਦੀ ਜੰਜ ਲੈ ਕੇ ਆਇਆ ਹੈ। ਇਹਦਾ ਹੀ ਜੇ ਆਪਾਂ ਆਪਣੇ ਜੀਵਨ ਤੇ ਇਸ ਨੂੰ ਵਿਚਾਰਦੇ ਹਾਂ, ਇੱਥੇ ਸਾਡਾ ਮਨ ਤੇ ਇਹ ਜਿਹੜਾ ਕਾਲ ਹੈ, ਜਿਹੜਾ ਬਾਬਰ ਦੀ ਆਪਾਂ ਇਹਨੂੰ ਫੌਜ ਕਹਿ ਸਕਦੇ ਹਾਂ, ਕਾਲ ਦੀ ਫੌਜ ਕਹਿ ਸਕਦੇ ਹਾਂ। ਜਦੋਂ ਸਾਡਾ ਮਨ ਇੱਥੇ ਆਉਂਦਾ ਹੈ ਇਸ ਦੇਸ਼ ਦੇ ਵਿੱਚ, ਤੇ ਉਧਰੋਂ ਇਹ ਕਾਲ ਆਪਣੀ ਫੌਜ ਲੈ ਕੇ ਵੀ ਆ ਜਾਂਦਾ ਹੈ, ਕਿਉਂਕਿ ਇਹਦਾ ਇਲਾਕਾ ਹੈ, ਇਸ ਦਾ ਦੇਸ਼ ਹੈ ਕਾਲ ਦਾ। ਤੇ ਫਿਰ ਸਾਤੋਂ ਜੋਰੀ ਦਾਨ ਮੰਗਦਾ ਹੈ। ਆਪਾਂ ਜਿਵੇਂ ਰਾਤ ਵੀ ਆਪਾਂ ਲਾਈਵ ਹੋ ਰਹੇ ਸੀ, ਲਾਈਵ ਦੇ ਵਿੱਚ ਬਹੁਤ ਸਾਰੇ ਜੀਵ ਸਵਾਲ ਕਰਦੇ ਸੀ ਕਿ ਅਸੀਂ ਪਾਠ ਕਰਦੇ ਹਾਂ, ਪਰ ਪਾਠ ਕਰਦੇ ਕਰਦੇ ਹੀ ਸਾਡਾ ਧਿਆਨ ਪਤਾ ਨਹੀਂ ਕਿੱਥੇ ਚਲੇ ਜਾਂਦਾ ਹੈ, ਮਨ ਕਿੱਥੇ ਚਲੇ ਜਾਂਦਾ ਹੈ, ਪਾਠ ਦੇ ਵਿੱਚ ਮਨ ਨਹੀਂ ਲੱਗਦਾ। ਕਰਨਾ ਚਾਹੁੰਦੇ ਹਾਂ, ਕਿਉਂਕਿ ਜਿਉਂ ਹੀ ਸਾਡਾ ਮਨ ਇਸ ਪੌਣ ਦੇ ਵਿੱਚ ਆ ਕੇ ਸਵੇਰੇ ਮਿਲਦਾ ਹੈ ਤੇ ਇਧਰੋਂ ਕਾਲ ਦੀ ਫੌਜ ਆ ਜਾਂਦੀ ਹੈ। ਉਹ ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀ। ਉਹ ਕਹਿੰਦੇ ਸਵਾਸ ਇੱਧਰ ਸਾਡੇ ਵੱਲ ਖਰਚ ਕਰੋ। ਆਪਾਂ ਚਾਹੁੰਦੇ ਹਾਂ ਕਿ ਸਾਡਾ ਸਵਾਸ ਨਾਮ ਤੇ ਖਰਚ ਕਰੀਏ, ਪ੍ਰਭੂ ਦੀ ਭਜਨ ਬੰਦਗੀ ਦੇ ਵਿੱਚ ਖਰਚ ਕਰੀਏ, ਲੇਕਿਨ ਉਹ ਸਾਨੂੰ ਕਹਿੰਦੇ ਨੇ ਨਹੀਂ,
ਜ਼ੋਰ ਦੇ ਨਾਲ ਕਿ ਇੱਧਰ ਖਰਚ ਕਰੋ। ਇੱਧਰ ਰੋਜ਼ ਦਾ ਵੀ ਆਪਣਾ ਇਹ ਜੀਵਨ ਹੈ। ਜਿੱਥੇ ਇਹ ਬਾਣੀ ਹੈ, ਉਸ ਸਮੇਂ ਦੇ ਨਾਲ ਨਾਲ ਜਦੋਂ ਆਪਾਂ ਇਸ ਨੂੰ ਸਾਰੀ ਨੂੰ ਵਿਚਾਰ ਕੇ ਸਮਝਾਂਗੇ ਤੇ ਇੱਥੇ ਵੀ ਸਾਨੂੰ ਸਿੱਧ ਹੁੰਦੀ ਹੈ ਕਿ ਅਸੀਂ ਜਿਵੇਂ ਆਉਂਦੇ ਸੰਸਾਰ ਦੇ ਵਿੱਚ ਮਨ ਸਾਡਾ ਆਉਂਦਾ ਹੈ ਤੇ ਇੱਧਰੋਂ ਇਹ ਪਾਪਾਂ ਦੀ ਜੰਝ ਲੈ ਕੇ ਆ ਜਾਂਦਾ ਹੈ ਤੇ ਜ਼ੋਰ ਨਾਲ ਹੀ ਸਾਤੋਂ ਦਾਨ ਮੰਗਦਾ ਹੈ। ਸਾਨੂੰ ਭਜਨ ਬੰਦਗੀ ਨਹੀਂ ਕਰਨ ਦਿੰਦਾ, ਸਾਨੂੰ ਧਿਆਨ ਨੂੰ ਮੱਲੋ ਮੱਲੀ ਹੋਰ ਪਾਸੇ ਖਿੱਚ ਲੈ ਜਾਂਦਾ ਹੈ। ਸਰਮ ਧਰਮ ਦੁਏ ਛੁਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਉਸ ਸਮੇਂ ਵੀ ਸ਼ਰਮ ਤੇ ਧਰਮ ਜਿਹੜੇ ਛੁਪ ਗਏ ਸੀ ਤੇ ਕੂੜ ਪ੍ਰਧਾਨ ਹੋ ਗਿਆ ਸੀ। ਨਾ ਕਿਸੇ ਦਾ ਡਰ, ਨਾ ਕਿਸੇ ਦੀ ਸ਼ਰਮ, ਨਾ ਕੋਈ ਧਰਮ। ਕੂੜ ਦਾ ਪ੍ਰਧਾਨ ਕੀ ਸੀ? ਅੱਜ ਵੀ ਕੂੜ, ਕਿਉਂਕਿ ਕਲਯੁਗ ਦੇ ਵਿੱਚ ਮਰਨ ਦੱਸਿਆ ਹੈ, ਕਲਯੁਗ ਰਥ ਕੂੜ ਕਾ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਜਿਹੜਾ ਕਲਯੁਗ ਚ ਰਥ ਹੈ, ਜਿਵੇਂ ਸਤਯੁਗ ਦੇ ਵਿੱਚ ਜਿਹੜਾ ਰਥ ਸੀ ਸੰਤੋਖ ਦਾ ਰਥ ਸੀ, ਧਰਮ ਅੱਗੇ ਉਸਨੂੰ ਚਲਾਉਣ ਵਾਲਾ ਸੀ। ਸਤਯੁਗ ਰਥ ਸੰਤੋਖਾ, ਧਰਮ ਅੱਗੇ ਰਥਵਾ। ਤ੍ਰੇਤੇ ਯੁਗ ਦੇ ਵਿੱਚ ਤ੍ਰੇਤੇ ਰਥ ਸਤ ਜੋਰ ਕਾ। ਸਮਝਾਉਂਦੇ ਸਤਯੁਗ ਰਥ ਅਗਨ ਕਾ, ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾ। ਤ੍ਰੇਤਾ ਰਥ ਜਤੇ ਕਾ, ਜਤ ਸਤ ਦਾ ਰਥ ਸੀ, ਜੋਰ ਅੱਗੇ ਰਥਵਾ। ਦੁਆਪਰ ਰਥ ਤਪੇ ਕਾ, ਸਤ ਅੱਗੇ ਰਥਵਾ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾ। ਹੁਣ ਜਿਹੜਾ ਕਲਯੁਗ ਹੈ, ਇਸ ਦੇ ਵਿੱਚ ਕੋਈ ਸ਼ਰਮ ਧਰਮ ਨਹੀਂ ਹੈ, ਕੂੜ ਚਲਾਉਣ ਵਾਲਾ ਹੈ, ਕੂੜ ਪ੍ਰਧਾਨ ਹੈ। ਇਸ ਕਰਕੇ ਕੂੜ ਦੀ ਪ੍ਰਧਾਨਗੀ ਚੱਲਦੀ ਹੈ। ਕੂੜ ਫਿਰੈ ਪ੍ਰਧਾਨ ਵੇਲਾ ਲੋ। ਸ਼ਰਮ ਤੇ ਧਰਮ ਦੋਨੋਂ ਹੀ ਛਪ ਖਲੋਏ ਹਨ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਆਗਦ ਪੜਿਆ ਸ਼ੈਤਾਨ ਵੇਲਾ ਲੋ। ਤੇ ਜਦੋਂ ਫਿਰ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਗਿਆਨ ਦਿੰਦੇ ਤੇ ਗੁਰੂ ਸਾਹਿਬ ਜੀ ਨੂੰ ਭਾਈ ਲਾਲੋ ਜੀ ਫਿਰ ਪੁੱਛਦੇ ਵੀ ਜਿਹੜੇ ਇਹ ਕਾਜੀ ਨੇ, ਇਹ ਬ੍ਰਾਹਮਣ ਨੇ, ਵੀ ਇਹਨਾਂ ਤੋਂ ਤਾਂ ਨਹੀਂ ਜ਼ੋਰ ਨਾਲ ਦਾਨ ਲੈ ਸਕਦੇ ਹੋਣੇ, ਕਿਉਂਕਿ ਤਾਂ ਧਰਮੀ ਨੇ। ਕਾਜੀ ਤੇ ਬ੍ਰਾਹਮਣ ਜਿਹੜੇ ਨੇ, ਇਹਨਾਂ ਤੋਂ ਤਾਂ ਨਹੀਂ ਇਹ ਲੈ ਸਕਦੇ ਹੋਣੇ, ਇਹ ਤਾਂ ਪਾਠ ਪੂਜਾ ਕਰਨ ਵਾਲੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਦੀ ਤੂੰ ਕੀ ਗੱਲ ਕਰਦਾ? ਇਹਨਾਂ ਦੇ ਅੰਦਰ ਵੀ ਸ਼ੈਤਾਨ ਹੀ ਬੈਠਾ। ਉਹੀ ਜੋ ਸਾਨੂੰ ਪੜ੍ਹਦੇ ਲੱਗਦੇ ਨੇ, ਇਹ ਸਾਰੇ ਉਹੀ ਪੜ੍ਹਦੇ ਨੇ, ਸ਼ੈਤਾਨ ਹੀ ਬੈਠਾ ਹੈ ਇਹਨਾਂ ਦੇ ਅੰਦਰ ਵੀ। ਕੋਈ ਸ਼ਰਮ ਧਰਮ ਨਹੀਂ ਹੈ, ਇਹਨਾਂ ਦੇ ਅੰਦਰ ਵੀ ਸ਼ੈਤਾਨ ਹੀ ਪੜ੍ਹਦਾ ਹੈ, ਕਿਉਂਕਿ ਮਨ ਤਾਂ ਸੁੱਤਾ ਹੈ ਸਾਰਿਆਂ ਦਾ, ਮਨ ਤਾਂ ਸੁਲਾ ਦਿੱਤਾ ਹੈ। ਇਸ ਕਰਕੇ ਕੂੜ ਦੀ ਪ੍ਰਧਾਨਗੀ, ਸਾਰਿਆਂ ਦੇ ਅੰਦਰ ਸ਼ੈਤਾਨ ਹੈ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੈ ਖੁਦਾਏ ਵੇਲਾ ਲੋ। ਹਾਂ, ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਜਿਹੜੇ ਜੀਵ ਕਸ਼ਟ ਦੇ ਵਿੱਚ ਖੁਦਾ ਨੂੰ ਯਾਦ ਕਰਦੇ ਨੇ, ਜਦੋਂ ਕਸ਼ਟ ਪੈਂਦਾ ਹੈ ਜੀਵ ਨੂੰ, ਉਸ ਸਮੇਂ ਜਦੋਂ ਅਸੀਂ ਪੜ੍ਹਦੇ ਹਾਂ, ਕਤੇਬ ਪੜ੍ਹਦੇ ਹਾਂ, ਵੇਦਾਂ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਦੁੱਖ ਦੇ ਵਿੱਚ ਪੜ੍ਹਦੇ ਹਾਂ, ਉਹ ਫਿਰ ਸਾਡਾ ਲੇਖੇ 'ਚ ਲੱਗਦਾ ਹੈ। ਕਿਉਂਕਿ ਉਦੋਂ ਅਸੀਂ ਨਿਰਾਸ਼ਾ ਦੇ ਵਿੱਚ ਹੋਏ ਪਰਮੇਸ਼ਰ ਨੂੰ ਪੜ੍ਹਦੇ ਹਾਂ, ਹਉਮੈ ਦੇ ਵਿੱਚ ਨਹੀਂ ਪੜ੍ਹਦੇ। ਉਦੋਂ ਸਾਡਾ ਲੇਖੇ 'ਚ ਲੱਗਦਾ ਹੈ। ਕਸ਼ਟ ਦੇ ਵਿੱਚ ਜਦੋਂ ਕਹਿੰਦੇ ਹਾਂ, ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੈ ਖੁਦਾਏ ਵੇਲਾ ਲੋ। ਜਾਤ ਸੁਨਾਤੀ ਹੋਰ ਹਿੰਦਵਾਨੀਆਂ, ਚਾਹੇ ਮੁਸਲਮਾਨੀਆਂ ਨੇ, ਚਾਹੇ ਹੋਰ ਕੋਈ ਜਾਤ ਦੀਆਂ, ਸਨਾਤ ਦੀਆਂ ਹਿੰਦਵਾਣੀਆਂ, ਜਦੋਂ ਕਸ਼ਟ ਦੇ ਟਾਈਮ ਪੜ੍ਹਦੀਆਂ ਨੇ, ਦੁੱਖ ਦੇ ਟਾਈਮ ਪੜ੍ਹਦੀਆਂ ਨੇ, ਇਹ ਫਿਰ ਉਹਨਾਂ ਦਾ ਪੜ੍ਹਿਆ, ਉਹਨਾਂ ਦਾ ਰੱਬ ਨੂੰ ਯਾਦ ਕੀਤਾ, ਇਹ ਲੇਖੇ ਲੱਗਦਾ ਹੈ।
ए पे लेखा लाए पे लालो। खून के सोहले गाविया नानक, रत का कुंगू पाए वे लालो। जब तक असी खून दे सोले, खून किया है जिहड़ा संसार है, ये त्रै गुणा दा जिहड़ा भी दृष्टमान है, जिवें अपना 9 दरां दा शरीर है। ये शरीर साडे लेके पैर दे अंगूठे ते साडे सारे शरीर दे विच खून है। सिर्फ अपने नेत्रां दे विच मालक ने साडे मन नूं रखिया है। वो बिंदु है जिथे आके मन वसदा है, जिथे साडे मालक वस के देखता है। उस तो बिना जिहड़ा दृष्टमान है सारा ये सब खून है। जब तक असीं त्रै गुणां दी गल्लां करदे हां, त्रै गुणां दियां विचारां करदे हां, दृष्टमान दियां विचारां करदे हां, शरीरां दियां गल्लां करदे हां, उन्नी देर असीं खून दे सोले गाउंदे हां। ते फिर कुंगू भी किस दा पेगा, संदूर भी खून दा ही पेगा। क्योंकि जदों नाम दी सोजी आ जावे फिर तो झगड़ा ही नहीं है। जिस दिन सब नूं नाम दा ज्ञान हो गया, जोत दा ज्ञान हो गया, उस दिन झगड़ा नहीं रहेगा, उस दिन झगड़ा खत्म हो जाएगा। उस दिन तो फिर सतयुग आ जाएगा, जिवें सतयुग दे विच संतोख आ जाएगा, धर्म अगे चलाउण वाला आ जाएगा। पर हुण असीं कूड़ दियां गल्लां करदे हां, आकारां दियां, शरीरां दियां। ते इत्थे फिर सानूं संदूर भी किहड़ा पैंदा है? खून दा। रत का कुंगू पाए वे लालो। रत भी खून नूं कहा है। साहब के गुण नानक गावै, मासपुरी विच आख मसोला। पर गुरु नानक साहब जी महाराज कहते असीं इस माया दे, इस जिहड़ी मासपुरी, ये जिहड़ा अपना शरीर है मास दा खून तो बनिया होया, जिन्हूं महाराज समझाउंदे ने अष्ट बिस्ता रकत परेटे चाम। भी इह चाम दे विच, इस मास दे विच गंदगी, हड्डियां ते खून लपेटिया है, जिहड़ा साडा शरीर है। जिथे आपां हंकार करदे, जिस दा मान करदे हां, जिथे लड़ाई झगड़ा है, जिथे आपां अपने आप नूं वखरे वखरे समझदे हां, इस नूं मासपुरी भी कह दिता है। कहंदे इत्थे बैठ के गुरु नानक साहब जी कहंदे असीं साहब के गुण गाउंदे हां। साहब के गुण नानक गावै, मासपुरी विच आख मसोला। कहंदे इत्थे बैठ के असीं उस परमेश्वर दे गुण गाउंदे, निरंकार दे गुण गाउंदे हां, उहदे बारे आखदे हां। जिन उपाई रंग रवाई, बैठा वेखै वख इकेला। क्योंकि जिस परमेश्वर ने इस संसार नूं पैदा किया है, ते जिसने इस माया दे रंग दे विच इस नूं रंग दिता है, माया तक ही ज्ञान रह गया है, ते परमेश्वर आप इस तो वख बैठा होया देखता है। क्योंकि परमेश्वर चौथे पद विच है, वो वख होके देख रहा है, जिहदे असीं गुण गाउंदे हां, जिसने संसार नूं पैदा किया है। सच्चा सो साहिब, सच तपावस, सचड़ा न्याओ करे मसोला। क्यों परमेश्वर सच्चा साहिब है, उसकी करनी भी सच्ची है, इस करके वो सच्चा न्याय करने वाला है। वही करेगा जो सही नू सही करेगा, गलत नू गलत करेगा। जे कोई परमेश्वर दे गुण गाएगा उसनू मुक्ति मिलेगी, जिहड़ा माया दे गुण गाएगा, माया दियां सिर्फ सलाहां करेगा तो उसनू दी सजा मिलेगी। क्योंकि उत्थे जिहड़ा होना है, फैसला होना है, जिहड़ा उत्थे न्याय होना है, उत्थे सच्चा होना है, उत्थे सच्चे ही सच निबड़ा। इस करके उत्थे सच दा ही निबड़ा होना है, सच्चा ही न्याय होना है। काया कपड़ टुक टुक होसी, हिंदुस्तान संभाल सी बोल।
ਇਹ ਜਿਹੜਾ ਆਪਣਾ ਕਾਇਆ ਰੂਪੀ ਕਪੜਾ ਹੈ, ਇਹ ਸਰੀਰ ਹੈ, ਕਿਉਂਕਿ ਇਸ ਨੇ ਇੱਕ ਦਿਨ ਨਾਸ ਹੋ ਜਾਣਾ ਹੈ। ਇਹ ਨਾਸਵਾਨ ਚੀਜ਼ ਹੈ। ਤ੍ਰੈ ਗੁਣਾ ਦਾ ਜਿਹੜਾ ਸਰੀਰ ਹੈ, ਇਸ ਨੂੰ ਹਿੰਦੁਸਤਾਨ ਵੀ ਕਹਿ ਦਿੱਤਾ ਹੈ। ਦ੍ਰਿਸ਼ਟਮਾਨ ਜਿਹੜਾ ਹੈ, ਜਿਵੇਂ ਆਪਾਂ ਦੇਖਦੇ ਹਾਂ ਹਿੰਦੁਸਤਾਨ ਦੇ ਵਿੱਚੋਂ ਇੱਕ ਦੇਸ਼ ਨਿਕਲਿਆ ਪਾਕਿਸਤਾਨ, ਜਿਸ ਨੂੰ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਨਮ ਭੂਮੀ ਵੀ ਮੰਨਦੇ ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਹੋਇਆ, ਪ੍ਰਗਟ ਹੋਏ। ਏਦਾਂ ਹੀ ਜਿਹੜਾ ਇਹ ਤ੍ਰੈ ਗੁਣਾ ਦਾ ਸਾਡਾ ਸਰੀਰ ਹੈ, ਦ੍ਰਿਸ਼ਟਮਾਨ ਹੈ। ਇਹ ਹਿੰਦੁਸਤਾਨ ਕਹਿ ਸਕਦੇ ਆਪਾਂ ਇਸ ਨੂੰ। ਤੇ ਜਿੱਥੇ ਚੌਥਾ ਪਦ ਹੈ, ਜਿੱਥੇ ਪਾਕ, ਉਹ ਪਾਕਿਸਤਾਨ ਕਹਿ ਸਕਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਮੰਗਦੇ ਹਾਂ ਕਿ ਸਾਨੂੰ ਵੀ ਉੱਥੇ ਜਾਣ ਦਾ, ਉਹ ਜਿਹੜੇ ਵਿਛੜੇ ਧਾਮ ਨੇ ਸਾਤੋਂ, ਉਹ ਸਾਨੂੰ ਵੀ ਉੱਥੇ ਦਰਸ਼ਨ ਕਰਨ ਦੀ ਦਰਸ਼ਨ ਬਖਸ਼ਿਸ਼ ਕਰ। ਅਸੀਂ ਵੀ ਉੱਥੇ ਸੇਵਾ ਸੰਭਾਲ ਦਾ ਦਾਨ ਸਾਨੂੰ ਬਖਸ਼ਿਸ਼ ਕਰ। ਉਹ ਕਿਹੜਾ ਹੈ? ਜਿੱਥੋਂ ਮਾਲਕ ਆਇਆ ਸੀ, ਚੌਥਾ ਪਦ, ਜਿੱਥੋਂ ਗੁਰੂ ਨਾਨਕ ਦਾ ਆਉਣਾ ਹੋਇਆ ਸੀ, ਚੌਥੇ ਪਦ ਦੇ ਵਿੱਚੋਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਚੌਥੇ ਪਦ ਦੇ ਵਿੱਚੋਂ ਸੰਸਾਰ ਦੇ ਵਿੱਚ ਆਉਂਦੇ ਸੀ, ਤ੍ਰੈ ਗੁਣਾ ਦੇ ਵਿੱਚ ਇੱਥੇ ਆ ਕੇ ਗਿਆਨ ਦਿੰਦੇ ਸੀ। ਤੇ ਬਾਸਾ ਕਿੱਥੇ ਕਰਦੇ ਸੀ? ਚੌਥੇ ਪਦ ਵਿੱਚ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਜੋਗੀਆਂ ਨੇ ਪੁੱਛਿਆ ਸੀ ਕਿ ਤੁਸੀਂ ਕੌਣ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਵਾਸਾ ਕਿੱਥੇ ਹੈ, ਤੇ ਉਹਨਾਂ ਦੱਸਿਆ ਸੀ ਕਿ ਜਿੱਥੇ ਪਰਮੇਸ਼ਰ ਦਾ ਵਾਸਾ ਹੈ, ਉਸ ਘਰ ਵਿੱਚ ਹੀ ਸਾਡਾ ਵੀ ਵਾਸਾ ਹੈ। ਸਵਾਲ ਕੀਤਾ ਸੀ ਜੋਗੀਆਂ ਨੇ, ਕੌਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸਾਚ ਕਹੋ ਅਰਦਾਸ ਸੁਆਮੀ, ਹਉ ਸੰਤ ਜਨਾ ਪਲ ਜਾਓ। ਕਹਿੰਦੇ ਸੀ ਸੱਚ ਕਹਿੰਦੇ ਅਸੀਂ ਤੋਂ ਬਲਿਹਾਰੇ ਜਾਂਦੇ, ਪਰ ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਤੁਹਾਡਾ ਮਾਰਗ ਕੀ ਹੈ, ਤੁਹਾਡਾ ਮਨੋਰਥ ਕੀ ਹੈ। ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ, ਤੁਸੀਂ ਕਿੱਥੇ ਰਹਿੰਦੇ ਹੋ, ਕਿੱਥੇ ਰਹਿੰਦੇ ਹੋ, ਕਿੱਥੇ ਤੁਹਾਡਾ ਵਾਸਾ ਹੈ, ਕਿਹੜਾ ਤੁਹਾਡਾ ਰਾਹ ਹੈ। ਕਹਿ ਵੈਸੇ ਕਹਿ ਰਹੀ ਹੈ ਬਾਲੋ, ਕਹਾ ਤੁਮਾਰੋ ਰਾਹੋ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਇਹ ਉੱਤਰ ਦਿੱਤਾ ਸੀ, ਕਹਿੰਦੇ ਘੱਟ ਘੱਟ ਬੈਸ ਨਿਰੰਤਰ ਰਹੀ ਹੈ। ਕਹਿੰਦੇ ਅਸੀਂ ਹਰ ਸਾਰਿਆਂ 'ਚ ਹਰ ਸਮੇਂ ਵਸਦੇ ਹਾਂ, ਘੱਟ ਘੱਟ ਦੇ ਵਿੱਚ ਵਸਦੇ ਹਾਂ। ਚੱਲ ਹੈ ਸਤਿਗੁਰ ਪਾਏ, ਚੱਲਦੇ ਅਸੀਂ ਸਤਿਗੁਰ ਦੇ ਬਾਣੇ 'ਚ ਹਾਂ। ਸਹਿਜ ਆਏ, ਸਹਿਜ 'ਚੋਂ ਆਏ ਹਾਂ, ਸਹਿਜ ਕਿਹਾ ਚੌਥੇ ਪਦ ਨੂੰ, ਨਿਰੰਕਾਰ ਦੇ ਦੇਸ਼ ਨੂੰ। ਸਹਿਜ ਆਏ ਹੁਕਮ ਸਦਾਏ, ਹੁਕਮ 'ਚ ਸਦਾਏ ਹਾਂ ਅਸੀਂ, ਹੁਕਮ 'ਚ ਹੁਕਮ ਦੇ ਵਿੱਚ ਹੀ ਆਏ ਹਾਂ। ਨਾਨਕ ਸਦਾ ਰਜਾਏ, ਸਦਾ ਉਹਦੀ ਰਜਾ 'ਚ ਰਹਿੰਦੇ ਹਾਂ। ਆਸਨ ਬੈਸਣ ਥਿਰ ਨਾਰਾਇਣ, ਸਾਡਾ ਆਸਣ ਸਾਡਾ ਬੈਸਣਾ ਕਿੱਥੇ ਹੈ? ਜਿੱਥੇ ਥਿਰ ਪਰਮੇਸ਼ਰ ਦਾ ਵਾਸਾ, ਥਿਰ ਨਾਰਾਇਣ। ਐਸੀ ਗੁਰਮਤਿ ਪਾਏ, ਐਸੀ ਗੁਰ ਦੀ ਮਤ ਦੁਆਰਾ ਉਹ ਸਥਾਨ ਸਾਨੂੰ ਪ੍ਰਾਪਤ ਹੁੰਦਾ ਹੈ। ਗੁਰਮੁਖ ਬੁੱਝੈ ਆਪ ਪਛਾਣੈ, ਕਹਿੰਦੇ ਗੁਰਮੁਖ ਬੁੱਝੇਗਾ, ਆਪੇ ਦੀ ਪਹਿਚਾਨ ਕਰ ਲੇਗਾ, ਸੱਚੇ ਸੱਚ ਸਮਾਏ, ਉਹ ਸੱਚ ਸਮਾਜੇਗਾ। ਉੱਥੋਂ ਆਉਂਦੇ ਸੀ। ਇਸ ਕਰਕੇ ਉਹ ਚੌਥਾ ਪਦ ਹੈ। ਤ੍ਰੈ ਗੁਣਾ ਦੇ ਵਿੱਚ ਅਸੀਂ ਉਸ ਬੋਲ ਨੂੰ ਸੰਭਾਲਣਾ ਹੈ, ਜਿਹੜੇ ਬੋਲ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸੇ ਨੇ। ਦੇਵਲੋਕ ਤੋਂ ਉੱਤੇ ਜਿਹੜਾ ਹਿੰਦੂ ਧਰਮ ਹੈ, ਦੇਵਤਿਆਂ ਤੱਕ ਸੀਮਤ ਹੈ, ਦੇਵਤਿਆਂ ਦੀ ਪੂਜਾ ਤੱਕ ਸੀਮਤ ਹੈ। ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਦੇਵਲੋਕ ਤੋਂ ਉੱਤੇ ਜਿੱਥੇ ਮੋਕਸ਼ ਮਾਰਗ ਹੈ, ਉਸ ਦੀ ਗੱਲ ਕੀਤੀ ਹੈ। ਪਰ ਉੱਥੇ ਦਾ ਗਿਆਨ ਸਾਨੂੰ ਇੱਥੇ ਪਹਿਲਾਂ ਬੈਠ ਕੇ ਇਹ ਬੋਲਾਂ ਨੂੰ ਸੰਭਾਲਣਾ ਪਏਗਾ, ਉਹਦੇ ਬਚਨਾਂ ਨੂੰ ਸੁਣਨਾ ਪਏਗਾ, ਸੰਭਾਲਣਾ ਪਏਗਾ। ਨਹੀਂ ਤਾਂ ਇਹ ਸਾਡਾ ਜਿਹੜਾ ਸਰੀਰ ਹੈ, ਇੱਕ ਦਿਨ ਨਾਸ ਹੋ ਜਾਣਾ ਹੈ। ਫਿਰ ਸਾਨੂੰ ਬਾਰ-ਬਾਰ ਜਨਮ ਮਰਨ ਦੇ ਵਿੱਚ ਆਉਣਾ ਪਏਗਾ। ਆਵਣ 78 ਜਾਨ ਸਤਾਨ ਵੈ, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਹੁਣ ਜੋ ਆਪਾਂ ਜੋ ਵਿਆਖਿਆ ਹੈ ਸਾਰੀ, ਉਹ ਹੈ ਕਿ
78 ਦੇ ਵਿੱਚ, ਹੋ ਸਕਦਾ ਉਦੋਂ 78 ਸਨ ਹੋਏਗਾ ਜਦੋਂ ਬਾਬਰ ਆਇਆ ਹੈ। 97 ਚਲੇ ਜਾਏਗਾ। ਲੇਕਿਨ ਜਦੋਂ ਅਸੀਂ ਇਹ ਜਿਹੜੇ ਕਾਲ ਦੀ ਫੌਜ ਹੈ ਨੂੰ ਕਹਿੰਦੇ 5-25 ਮੋਹ ਮਦ ਮਤਸਰ, ਇਹ 5 ਨੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਦੇ ਅੱਗੇ ਫਿਰ 25 ਹੋਰ ਨੇ। ਇਸ ਕਰਕੇ ਇਹਨਾਂ ਦੀ ਜਿਹੜੀ ਫੌਜ ਬਹੁਤ ਵੱਡੀ ਹੈ। ਪਰ ਜਿਹੜੀ ਫੌਜ ਸਾਰਿਆਂ ਨੂੰ ਆ ਕੇ ਸਾਡੇ ਮਨ ਨੂੰ ਜੋ ਆਪਣੀ ਪਕੜ ਵਿੱਚ ਲੈਂਦੀ ਹੈ, ਆਪਣੇ ਗ੍ਰਸਤ ਵਿੱਚ ਲੈ ਲੈਂਦੀ ਹੈ, ਉਹਦੇ ਵਿੱਚ ਜਦੋਂ ਆਪਣਾ ਮਨ ਸਵੇਰੇ ਆਉਂਦਾ ਹੈ, ਉਦੋਂ ਕੌਣ ਆ ਜਾਂਦਾ ਹੈ? ਲੋਭ ਆ ਜਾਂਦਾ ਹੈ, ਮੋਹ ਆ ਜਾਂਦਾ ਹੈ, ਕ੍ਰੋਧ ਆ ਜਾਂਦਾ ਹੈ, ਹੰਕਾਰ ਆ ਜਾਂਦਾ ਹੈ। ਇਹਨਾਂ ਦੀ ਫੌਜ ਆ ਜਾਂਦੀ 24-25 ਤਕਰੀਬਨ। ਜੇ ਆਪਾਂ ਦੇਖਦੇ ਹਾਂ, ਚਾਰਾਂ ਦੀ 19-20 ਦੀ ਫੌਜ ਆਉਂਦੀ ਹੈ, ਕਿਉਂਕਿ ਜੋ ਆਮ ਨੂੰ, ਕਈਆਂ ਨੂੰ ਹੋਰ ਜ਼ਿਆਦਾ ਵੀ ਆਉਂਦੀ, ਜਿਹੜਾ ਆਮ ਜੀਵਨ ਨੂੰ ਹੈ, ਇਹ ਆ ਕੇ ਘੇਰਾ ਪਾਉਂਦੇ ਨੇ। ਕ੍ਰੋਧ ਪਾਉਂਦਾ ਹੈ, ਲੋਭ ਪਾਉਂਦਾ ਹੈ, ਮੋਹ ਪਾਉਂਦਾ, ਹੰਕਾਰ ਪਾਉਂਦਾ ਹੈ। ਜਦੋਂ ਸਵੇਰੇ ਮਨ ਸਾਡਾ ਆਉਂਦਾ ਹੈ, ਜਦੋਂ ਅਸੀਂ ਸ਼ਾਮ ਨੂੰ ਜਾਣਾ ਹੁੰਦਾ, ਰਾਤ ਨੂੰ ਸੌਂ ਕੇ ਜਾਣਾ ਹੁੰਦਾ ਹੈ, ਉਦੋਂ ਇਹਨਾਂ ਦੀ ਫੌਜ ਹੋਰ ਵੱਧ ਜਾਂਦੀ ਹੈ। ਉਦੋਂ ਕੰਮ ਵੀ ਆ ਜਾਂਦਾ ਹੈ। ਇਸ ਕਰਕੇ ਫੌਜ ਹੋਰ ਵੱਧ ਜਾਂਦੀ ਹੈ। ਆਵਨ 78 ਜਾਵਨ 97। ਤੇ ਗੁਰ ਭਾਈ ਲਾਲੋ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਿ ਭਾਈ ਕਿ ਤੁਹਾਨੂੰ ਤਾਂ ਨਹੀਂ ਕੁਛ ਕਹਿੰਦੇ? ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਨਹੀਂ, ਸਾਨੂੰ ਨਹੀਂ ਕੁਛ ਕਹਿੰਦੇ, ਕਿਉਂਕਿ ਅਸੀਂ ਖੂਨ ਦੇ ਸੋਲੇ ਨਹੀਂ ਗਾਉਂਦੇ। ਅਸੀਂ ਇਸ ਮਾਇਆ ਦੇ ਦੇਸ਼ ਵਿੱਚ, ਇਸ ਮਾਸਪੁਰੀ 'ਚ ਬੈਠ ਕੇ ਅਸੀਂ ਤਾਂ ਸੱਚੇ ਸਾਹਿਬ ਦੇ ਸੋਲੇ ਗਾਉਂਦੇ ਹਾਂ। ਇਸ ਕਰਕੇ ਸਾਨੂੰ ਇਹ ਜਿਹੜੀ ਫੌਜ ਆਉਂਦੀ ਹੈ, ਸਾਨੂੰ ਨਹੀਂ ਕੁਛ ਕਹਿ ਸਕਦੀ, ਕਿਉਂਕਿ ਅਸੀਂ ਇਹਨਾਂ ਦੇ ਗੁਣ ਹੀ ਨਹੀਂ ਗਾਉਂਦੇ। ਅਸੀਂ ਤ੍ਰੈਗੁਣੀ ਗੱਲਾਂ ਹੀ ਨਹੀਂ ਕਰਦੇ। ਅਸੀਂ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ। ਤੇ ਫਿਰ ਪੁੱਛਿਆ ਕਿ ਹੋਰ ਵੀ ਕੋਈ ਹੋਏਗਾ, ਕਿਉਂਕਿ ਮਰਦ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਮਰਦ ਮਰਦਾਨਾ ਕਿਹਾ ਹੈ ਬਾਣੀ ਦੇ ਵਿੱਚ, ਕਿਉਂਕਿ ਮਿਹਰ ਸੀ ਪਰਮੇਸ਼ਰ ਦੀ। ਜਾ ਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ। ਵੀ ਜਿਸ ਤੇ ਪਰਮੇਸ਼ਰ ਦੀ ਮਿਹਰ ਹੈ, ਮਿਹਰਬਾਨ ਦੀ ਮਿਹਰ ਹੈ, ਉਹ ਮਰਦਾਨਾ ਹੈ। ਤੇ ਫਿਰ ਹੋਰ ਪੁੱਛਿਆ ਕਿ ਹੋਰ ਵੀ ਕੋਈ ਹੈ ਜਿਹੜਾ ਜਿਸ ਨੂੰ ਇਹ ਨਹੀਂ, ਇਸ ਤੋਂ ਜੋਰੀ ਨਹੀਂ ਮੰਗ ਸਕਣਗੇ ਇਹ? ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਹਾਂ, ਹੋਰ ਵੀ ਉੱਠਣਗੇ ਮਰਦ ਤੇ ਚੇਲੇ ਜਿਹੜੇ ਜਿਨ੍ਹਾਂ ਤੋਂ ਇਹ ਜੋਰੀ ਦਾਨ ਨਹੀਂ ਮੰਗ ਸਕਣਗੇ, ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਕਰਨਗੇ, ਸੱਚੇ ਦੇ ਸੋਲੇ ਗਾਉਣਗੇ, ਖੂਨ ਦੇ ਸੋਲੇ ਨਹੀਂ ਗਾਉਣਗੇ, ਇਹ ਮਾਇਆ ਦੀ ਸਿਫਤ ਸਲਾਹ ਨਹੀਂ ਕਰਨਗੇ। ਆਵਨ 78 ਜਾਵਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। सच की बाणी नानक आखै, सच सुनाए सी सच की बेला। कहते असी सच की बाणी आखते हाँ, असी कूड़ की गल नहीं करते, क्योंकि सच सुनाउण दा वेला है। असी खून दे सोले नहीं गाउंदे, असी सच दे सोले गाउंदे हाँ, सच की बाणी आखते हाँ, सच का ज्ञान देंदे हाँ। होर भी उठेगा ऐसा मर्द का चेला जिहड़ा उस परमेश्वर दी सच दी सोले गाएगा, सच दे गुण गाएगा, जिसनूं आपां जिस तो आपां समझ सकते हाँ भाई लैणा गुरु अंगद देव जी अगे अगे आए जिन्हां ने फिर उस परमेश्वर दे सोले गाए हन। सो इस करके
ਜੇ ਆਪਾਂ ਇਸ ਨੂੰ ਆਪਣੇ ਜੀਵਨ ਦੇ ਵਿੱਚ, ਜੇ ਆਪਾਂ ਬਾਣੀ ਨੂੰ ਜਿਹੜੀ ਜੁਗੋ ਜੁਗ ਅਟਲ ਹੈ ਇੱਥੇ ਵਿਚਾਰਦੇ ਹਾਂ, ਫਿਰ ਇਸ ਤੇ ਆਪਾਂ ਇਹ ਵਿਚਾਰ ਕਰ ਸਕਦੇ ਹਾਂ, ਸਮਝ ਸਕਦੇ ਹਾਂ ਚੌਥੇ ਪਦ ਦੇ ਵਿੱਚ। ਪਰ ਜਦੋਂ ਅਸੀਂ ਸੰਸਾਰਿਕ ਤੌਰ ਤੇ ਤ੍ਰੈ ਗੁਣਾ 'ਚ ਵਿਚਾਰਦੇ ਹਾਂ, ਫਿਰ ਅਸੀਂ ਉਹ ਬਾਬਰ ਵਾਲਾ ਜਿਹੜਾ ਸਾਕਾ ਸੀ ਉਸ ਤੇ ਵਿਚਾਰਦੇ ਹਾਂ ਕਿ ਹਾਂ ਉੱਥੇ ਦੱਸਿਆ ਸੀ ਵੀ ਹਾਂ ਏਦਾਂ ਲੁੱਟ ਮਾਰ ਹੋਈ ਹੈ, ਪਰ ਐਸੇ ਖੁਦਾ ਦੇ ਵਿੱਚ ਕੋਈ ਵੀ ਬਚ ਨਹੀਂ ਪਾਇਆ। ਮੁਸਲਮਾਨੀਆਂ ਵੀ ਉਹ ਵੀ ਕਸ਼ਟ ਦੇ ਵਿੱਚ ਸੀ, ਉਹ ਵੀ ਕਿਤਾਬਾਂ ਪੜ੍ਹਦੀਆਂ, ਖੁਦਾ ਨੂੰ ਯਾਦ ਕਰਦੀਆਂ, ਕਿਉਂਕਿ ਔਖੇ ਟਾਈਮ ਹੀ ਰੱਬ ਯਾਦ ਆਉਂਦਾ ਹੈ। ਹੋਰ ਜਿਹੜੀਆਂ ਜਾਤ ਦੀਆਂ, ਸਨਾਤ ਦੀਆਂ, ਹਿੰਦਵਾਣੀਆਂ ਜੋ ਵੀ ਰੱਬ ਨੂੰ ਉਸ ਟਾਈਮ ਯਾਦ ਕਰਦੀਆਂ ਸੀ ਦੁੱਖ ਦੇ ਵਿੱਚ, ਤੇ ਉਹਨਾਂ ਦਾ ਫਿਰ ਲੇਖੇ ਲੱਗਦਾ ਸੀ, ਕਿਉਂਕਿ ਦੁੱਖ ਦੇ ਵਿੱਚ ਜਾਣੇ ਵੀ ਤਾਂ ਦੁੱਖ ਪੈਦਾ। ਜਿਵੇਂ ਦ੍ਰੋਪਦੀ ਸੀ, ਦ੍ਰੋਪਦੀ ਨੂੰ ਦੁੱਖ ਪਿਆ ਤੇ ਕ੍ਰਿਸ਼ਨ ਦੀ ਯਾਦ ਆਈ, ਤੇ ਕ੍ਰਿਸ਼ਨ ਜੀ ਨੇ ਆ ਕੇ ਉਹਨਾਂ ਦੀ ਪਤ ਰੱਖੀ। ਏਦਾਂ ਅਸੀਂ ਦੁੱਖ, ਇਸੇ ਕਰਕੇ ਗੁਰਬਾਣੀ ਚ ਕਿਹਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਤੇ ਇਸ ਕਰਕੇ ਜਦੋਂ ਫਿਰ ਆਪਾਂ ਉੱਥੇ ਵਿਚਾਰਦੇ ਹਾਂ ਬਾਬਰ ਵਾਲੀ, ਫਿਰ ਜਿੱਥੇ ਆਪਾਂ ਜਾ ਕੇ ਉਲਝ ਜਾਂਦੇ ਹਾਂ ਕਿ 78 ਦੇ ਵਿੱਚ ਜਿਹੜਾ ਆਉਣ ਨੂੰ ਕਿਹਾ, 97 ਦੇ ਵਿੱਚ ਜਾਣ ਨੂੰ ਕਿਹਾ, ਇਹ ਕੀ ਹੈ? ਉੱਥੇ ਫਿਰ ਆਪਾਂ ਇਸ ਸੰਸਾਰ ਦੇ ਅੱਜ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਤ੍ਰੈ ਗੁਣਾ ਦੇ ਵਿੱਚ ਵਿਚਾਰਦੇ ਹਾਂ। ਸੋ ਆਓ ਅੱਗੇ ਜਿਹੜਾ ਤਿਲੰਗ ਮਹੱਲਾ ਚੌਥਾ ਕਰ ਦੂਜਾ। ਤਿਲੰਗ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ ਹੈ ਕਰ ਦੂਜਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਰਮੇਸ਼ਰ ਦਾ ਗਿਆਨ ਹੈ, ਸਤਿਗੁਰ ਦੀ ਕਿਰਪਾ ਸਦਕਾ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਸਲਾਹਿਓ ਸੱਚ ਸਭ ਉਪਰ ਹਰ ਤਨੀ, ਜਿਸ ਨਾਹੀਂ ਕੋਈ ਸ਼ਰੀਕ ਕਿਸ ਲੇਖਾ ਹੋ ਗਣੀ। ਕਿ ਸਲਾਉਣਾ ਹੈ ਇੱਕ ਪਰਮੇਸ਼ਰ ਨੂੰ, ਸਿਰਫ ਸੱਚ ਦੀ ਹੀ ਸਿਰਫ ਸਲਾਹ ਕਰਨੀ ਹੈ, ਕਿਉਂਕਿ ਉਹ ਸਭ ਤੋਂ ਉੱਪਰ ਹੈ, ਉਸ ਤੋਂ ਉੱਤੇ ਕੋਈ ਨਹੀਂ। ਪਰਮੇਸ਼ਰ ਤੋਂ ਉੱਤੇ, ਪਰਮੇਸ਼ਰ ਨੂੰ ਸੱਚ ਵੀ ਕਿਹਾ ਗੁਰਬਾਣੀ ਦੇ ਵਿੱਚ, ਉਸ ਤੋਂ ਉੱਤੇ ਕੁਛ ਨਹੀਂ ਹੈ। ਇਸ ਕਰਕੇ ਉਸ ਸੱਚੇ ਸਾਹਿਬ ਨੂੰ ਸਲਾਉਣਾ ਹੈ, ਉਹੀ ਸਭ ਤੋਂ ਉੱਪਰ ਹੈ, ਉਹੀ ਸੱਚਾ ਧਨੀ ਹੈ। ਜਿਸ ਨਾਹੀਂ ਕੋਈ ਸ਼ਰੀਕ, ਜਿਸ ਦਾ ਕੋਈ ਸ਼ਰੀਕ ਵੀ ਨਹੀਂ ਹੈ, ਕਿਸ ਲੇਖੇ ਹੋ ਗਣੀ। ਇਸ ਕਰਕੇ ਅਸੀਂ ਫਿਰ ਕਿਸੇ ਹੋਰ ਨੂੰ ਕਿਉਂ ਸਲਾਹੀਏ, ਕਿਉਂਕਿ ਹੋਰ ਨੂੰ ਸਲਾਵਾਂਗੇ ਲੇਖਾ ਹੋਏਗਾ। ਪਰਮੇਸ਼ਰ ਦੀ ਸਿਰਫ ਸਲਾਹ ਕਰਾਂਗੇ ਸਾਡਾ ਲੇਖਾ ਫਟ ਜਾਏਗਾ। ਇਸ ਕਰਕੇ ਕਿਉਂ ਕਿਸੇ ਹੋਰ ਨੂੰ ਸਲਾਹੀਏ, ਕਿਸ ਦੇ? ਉਸ ਪਰਮੇਸ਼ਰ ਨੂੰ, ਸੱਚੇ ਨੂੰ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਸਭ ਆਏ ਹੁਕਮ ਖਸਮਾਹੋ, ਹੁਕਮ ਸਭ ਵਰਤਨੀ। ਤੇ ਸਤਿਗੁਰ ਸਮਝਾਉਂਦੇ ਨੇ ਸਾਰੇ ਪਰਮੇਸ਼ਰ ਦੇ ਹੁਕਮ ਚ ਆਏ ਹਾਂ, ਉਸ ਖਸਮ ਦੇ ਹੁਕਮ ਚ ਆਏ ਹਾਂ ਆਪਾਂ ਸਾਰੇ ਹੀ, ਤੇ ਹੁਕਮ ਚ ਹੀ ਅਸੀਂ ਚੱਲ ਰਹੇ ਹਾਂ। ਜੋ ਕੁਛ ਵੀ ਹੈ ਸਭ ਹੁਕਮ ਦੇ ਵਿੱਚ ਹੈ। ਤੇ ਹੁਕਮ ਕੀ ਹੈ? ਨਾਮ। ਜਦੋਂ ਆਪਾਂ ਸੰਸਾਰ ਚ ਆਏ ਆਪਾਂ ਨਾਮ ਨਾਲ ਜੁੜੇ ਸੀ। ਹੁਣ ਨਾਮ ਹਰ ਥਾਂ ਤੇ ਹੈ, ਪਰ ਉਸ ਨਾਮ ਨੂੰ ਆਪਾਂ ਭੁੱਲ ਚੁੱਕੇ ਹਾਂ। ਸੱਚ ਸਾਹਿਬ ਸੱਚਾ ਖੇਲ, ਸਭ ਹਰ ਧਨੀ। ਕਹਿੰਦੇ ਉਹ ਸੱਚੇ ਸਾਹਿਬ ਦਾ ਇਹ ਸੱਚਾ ਖੇਲ ਹੈ। ਉਹ ਆਪ ਹੀ ਪਰਮੇਸ਼ਰ ਹੀ ਸਭ ਕਾਸੇ ਦਾ ਮਾਲਕ ਹੈ, ਉਸੇ ਦੀ ਇਹ ਰਚਨਾ ਹੈ। ਪਰ ਉਹਦੇ ਹੁਕਮ ਦੇ ਵਿੱਚ ਉਸ ਹੁਕਮ ਨੂੰ ਆਪਾਂ ਬੁਝਣਾ ਹੈ, ਬੁਝਿਆ ਨਹੀਂ ਹੈ। ਜਦ ਤੱਕ ਆਪਾਂ ਬੁਝਦੇ ਨਹੀਂ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰ ਸਕਦੇ। ਜਿਨ੍ਹਾਂ ਨੇ ਹੁਕਮ ਨੂੰ ਬੁਝ ਲਿਆ ਉਹ ਇੱਥੇ ਫਿਰ ਹੁਕਮ ਦੇ ਵਿੱਚ ਹੀ ਰਹਿੰਦੇ ਨੇ।
क्योंकि हुक्म ही सानू सवारन हारा है। महाराज समझाउंदे ने हुक्मी आवे हुक्म ना बुझै, हुक्म सवारन हारा। हुक्म नूं बुझ लिया अपना जीवन सफल है। जिन्हां ने जान लिया जिहड़े ओही सच दी सिफत सलाह करदे ने, जिन्हां ने हुक्म नूं बुझ लिया है वो फिर उहदे हुक्म च ही वरतदे ने, उहदे पाणे च रहिंदे ने। सहजे आए हुक्म सदाए, नानक सदा रजाए। पौण पानी धरती आकाश कर मंदर हर बनी। परमेश्वर दा जिन्हां ने जान लिया, जिहड़े हुक्म च आ गए, जिन्हां ने बुझ लिया है, उन्हां दे वास्ते परमेश्वर कित्थे वसदा है। पौण विच भी है, पानी विच भी है, धरती विच भी है, आकाश विच भी है। हर थां ते परमेश्वर दा ही वासा। इस करके उस दा घर जिहड़ा है किहड़ा है, ये जग सच्चे की है कोठरी। सच्चे का विच बस जिहड़े हुक्म नूं बुझ लिया है वो देखते ने भी तो पौण विच भी वसदा है, वो तो पानी विच भी है, धरती विच भी है, आकाश विच भी है। यही संसार उसका घर है, हर मंदिर एहो जगत है। गुर बिन घोर अंधार, गुर तो बिना ज्ञानता है अंधार है, लेकिन ये जग सच्चे की है कोठड़ी, सच्चे का विच वास। पर जदों हुक्म दे विच आके देखते हाँ फिर सानू एक सोझी आउंदी है, जिवें आपां सुखमनी साहिब च पढ़दे हाँ कि जदों मन का प्रकाश हो जाता, संतां दा संग करके असीं अंदर देखना शुरू करते हाँ, फिर असीं देखते हाँ कि तो सारे किते ही है। जिरा देख लैंदा है, तिन देखिया जिस संत संग अंतर प्रभ डीठा, नाम प्रभु का लागा मीठा। सगल समग्री एक सकट माहे, निक रंग नाना दिष्टा है। नौ निध अमृत प्रभु का नाम देई मैं, इसका विश्राम सुन समाद अनहते नाद। कहण न जाई अचरज विस्मात, कहण दे विच नहीं अचरज है। तिन देखिया जिस आप दिखाए, नानक ती जन सोझी पाए। जिन्हों दिखा देंदा, जिन्हों सोझी पा देंदा, वो देखदा उसनूं। फिर कित्थे देखदा, कहंदे सो अंतर सो बाहर अनंत। कट कट व्याप रहा भगवंत, तरन माहे आकाश प्याल। सर्वलोक पूर्ण प्रतिपाल, बन तिन पार ब्रह्म है, बन तिन पर्वत है पार ब्रह्म। जैसी आज्ञा तैसा कर्म, पौण पानी बैसंतर माहे। चार कुंठ तै दिसै समाहे, तिसते पिन नहीं कुंठाओ। गुर प्रसाद नानक सुख पाओ। वेद प्राण सिमरत मैं देख, शशि अर सूर नक्षत्र मैं एक। बाणी प्रभु की सबको बोले, आप डोल न कब हूँ डोल। सर्व कला कर खेल खेल, मोल न पाइय गुणे अमोल। सर्व जोत में जाकी जोत, तार हो स्वामी ओत पोत। गुर प्रसाद परम का नास, नानक तिन में ए विश्वास। संत जना का पेखन सब ब्रह्म, संत जना के हृदय सब धर्म। संत जना सुनो सुवचन, सर्वव्यापी राम संग रचन। फिर वो देखते ने सारा ब्रह्म ही हो जाता है। वो अवस्था इत्थे बयान की है कि पौण पानी धरती आकाश कर मंदर हर बनी। बिच वरता है नानक आप, झूठ कहो क्या गनी। कहते सब चा वरत रहा है, फिर क्यों झूठ कहिए। सब कुछ उसे दा है। सच्चे तेरे खंड, सच्चे ब्रह्मांड, सच्चे तेरे लो, सच्चे आकार, सच्चे तेरे करने सर्व विचार। ये अवस्था सानू कदों प्राप्त होंदी, जदों साडा मन परमेश्वर दे बाण दे नाल मरदा है। जिन्हों महाराज समझाउंदे ने, हर प्रेम बाणी मन मारिया। अनियाले अनिया राम राजे, जिस लागी पीर ब्रह्म की सो जाने जरिया। जीवन मुख सुआखिया, मर जीवे मरिया। जन नानक सतगुर मेल हर जगद उतर करिया। खुश प्रभु नूं जान लैंदा है, वो जरिया बनदा, उहदे द्वारा सानू वो ज्ञान मिलदा है, सच्चा ज्ञान मिलता है। उस ज्ञान द्वारा असीं फिर देखते हाँ फिर सारा कुछ ही सच है। खंड ब्रह्मांड क्योंकि सारे च अवस्था है। झूठ कदों तक है, जब तक असीं जानिया नहीं है, जब तक परमेश्वर दे हुक्म नूं नहीं बुझिया। नानक हुक्म अंदर वेख है, बरता ताको ताक। हुक्म च आके देखांगे सारे ही वरत रहा है। इस करके सानू ये समझाया है।
कि परमेश्वर हर थां ते है, सर्व व्यापक है। उस परमेश्वर की सिफत सलाह करनी है। सो आओ हुण आपां नाल नाल अभ्यास करिए तां कि सानू ये सारा ज्ञान होवे, असीं भी उस सच दे नाल जुड़ीए, उस सच की गल करिए। इस मासपुरी संसार है, त्रै गुण माया है, इत्थों आपां अगे जाना है, फतेह पाउणी है। जिवें आपां सर हिंद है, हिंद नूं सर करके फतेह पाउणी है। ये त्रै गुण जिहड़े माया है, ये हिंद है, इस नूं सर करना है, फतेह पाउणी है। चौथे पद दे विच मासा हुंदा है। इस करके त्रै गुण जिहड़ी माया है, उस तो आपां किवें चौथे पद विच जाना है, ये आपां ज्ञान लैके जदों जुड़ जाते हाँ उस मालिक दे नाल, फिर साडा मन उस परमेश्वर जुड़ जाता है। फिर सातों ये जोरी दान नहीं मंग सकता। काल जिहड़ा है, काम क्रोध लोभ मोह हंकार, ये मन नूं अपने जाल च फसा नहीं सकता। फिर ये मन अपनी भगती जुड़ जाता है। ये सारा जो आपां विचार के आए हैं, पहले शब्द दा वखरा ज्ञान है, लेकिन चौथे पद दे विच आपां विचारांगे, फिर यही है। आओ हुण आपां करना की है। त्रै गुण माया दृष्टमान है, चौथा पद प्रकाश है। आपां एक दृष्ट हो के उस सच नूं देखना, निरंकार नूं देखना, जिहड़ा सारे किते वरत रहा। कोई ऐसी जगह ही नहीं जिथे नहीं है। हुण जिहड़ी आपां क्यों भुले हाँ, जिहड़े जदों दो दृष्टि च हो गए, असीं अपने आप नूं भुल गए, इस करके परमेश्वर नूं भुले हाँ। त्रै गुणां दे विच आके मन सौ गया, तेहि गुणी संसार परम सुता। हुण आपां अपनी दृष्टि नूं किवें पता चले सानू कि असीं त्रै गुणां दे विच विचरदे हाँ, कि चौथे पद दे विच हाँ, कि देवलोक दे विच हाँ। वो सारा ज्ञान लैण वास्ते आपां नूं समझा देता है कि अपनी दृष्टि ने दो नेत्र ने, इन्हां दोनां नेत्रां नूं जिथों सानू सुआस आउंदी, इस पॉइंट ते आपां इन्हां नूं सम करना है। सम करन तो भाव भी दोनां नेत्रां नूं एक बिंदु ते आपां टिकाउणा है। इस पॉइंट ते टिकाउणा है ध्यान नूं। इत्थे टिकाउण दे नाल सानू ज्ञान होना शुरू होएगा। जेकर आपां नूं नक दिसदा है, फिर आपां समझ सकदे असीं त्रै गुणां दे विच हाँ, दो दृष्टि च हाँ। जे नक नहीं दिसदा, उत्थे आपां एक जोत हाँ, उत्थे एक दृष्ट हाँ, उत्थे देवता देवलोक है। जे दिखदा है, फिर आपां होर देखना हुंदा है भी किस पासे तो दिसदा है, क्योंकि हर एक जीव की अपनी अपनी अवस्था है। किसी जीव का ध्यान ज़्यादा सज्जे होंदा है, उसनों अपना नक सज्जे पासों ही दिसता है। किसी जीव का ध्यान ज़्यादा खब्बे होंदा है, उसनों खब्बे पासों दिसता है। इस पासे रजोगुण है, जिहड़ा संसार दीयां सोचां आशावां दे विच पिया रहिंदा है। इधर नफरत वैर विरोध दे विच तमोगुण है, इस पासा तमोगुणी है, इस पासा रजोगुणी है। कई जीवां दा ध्यान ना ज़्यादा सज्जे हुंदा ना खब्बे हुंदा, वो विचाले हुंदा, उन्हां नूं नक दोनों पासों दिसदा है। उत्थे आपां सतोगुण कह सकते हाँ। वो ना किसी नाल बहुता वैर विरोध करदा, ना उन्होंने बहुतियां चिंतावां ने, उत्थे सतोगुण है। जे नक नहीं दिसदा, उत्थे एक दृष्ट हाँ। ते जदों गुर दे ज्ञान नाल ध्यावांगे, उदों सानू प्रकाश हो जाएगा। जदों मन प्रकाश हो जाएगा, जीवन मुक्त हो जाएगा। फिर ये ते काल जुर्म नहीं कर सकता, मन नूं अपने बंधन च नहीं फसा सकता। सो आपां की करना है समझण दे वास्ते, आपां अपनी दृष्टि नूं पहला इस पॉइंट ते फोकस करना है। ये देखना है कि सानू नक दिसदा जां नहीं दिसदा, जे दिसदा किस पासों दिसदा, सज्जे खब्बे जां दोनों पासों। ते जो रोज़ आपां करन वाले हाँ, अपने जोत नूं देखना हुंदा है। आपां देखना हुंदा है कि साडी जोत निर्मल है, इस नूं कोई मैल तां नहीं लगी,
इस ते कोई छाई तो नहीं आई, कोई तब्बा तो नहीं दिसता सानू, बिल्कुल निर्मल दिसती है। सो इत्थे आपां ध्यान टिकाउणा हुंदा। पहलां इत्थे बैठ के आपां ये देखांगे कि नक दिसदा है जां नहीं दिसदा, जे दिसदा तां किस पासियों दिसदा, सज्जे खब्बे जां दोनों पासे। इत्थों फिर मैं आप जी नूं आवाज़ देवांगा कि ध्यान सामने लैके आइए। इत्थों आपां सामने देखांगे। इत्थों फिर मैं आप जी नूं आवाज़ देवांगा कि ध्यान मस्तक दे सामने लै जाओ। आपां पलकां उत्त चुक दांगे। फिर जदों कहांगा सामने, फिर सामने देखांगे। फिर जदों कहांगा नक ते सम करके फिर इस पैर ते। इत्थे जदों आपां एक दृष्ट हो जाएंगे, इस पासे सानू एक हल्की परछाई नज़र आ सकदी, खब्बे पासे, सज्जे नहीं, इस पासे, वरना सानू नक दिसणों हट जाता है। इस नक ने फिर आपां नूं प्रकाश रूप दिसना हुंदा है। सो आओ सारे ही दृष्टि सम करके अपने आप नूं देखिए कि असीं एक दृष्ट हाँ कि दो दृष्टि च हाँ। नक दिसदा है जां नहीं दिसदा, जे दिसदा किस पासियों दिसदा, सज्जे खब्बे जां दोनों पासे तो। सामने लेके आइए, ध्यान सामने देखिए। मस्तक दे सामने लै जाओ, पलकां उत्ते चुक दो। फिर सामने लेके आइए। फिर नक ते सम करके देखिए। हुण ये देखना है जे किसी नूं नक दिसदा सी कोई नवां जीव, क्योंकि ज़्यादातर जो आप रोज करने वाले हाँ एक दृष्ट हाँ अपने प्रकाश रूप में देखते हाँ। जे कोई नवा जीव, उसने देखना है जिन्हों नक दिसदा सी पहला, चाहे सज्जे खब्बे जां दोनों पासे, कि हुण एक दृष्ट हो गया, फिर नक नहीं दिसेगा। जे दिसेगा इस पासे खब्बे पासे एक हल्की जी परछाई सानू दिस सकती है। नीचे लै जाइए ध्यान। नीचे जो भी कपड़ा वगैरह बिछा, जिथे आप बैठे थले चादर वगैरह बिछी है, उस तो थोड़ा उपर आप देखांगे। उपर देखने की कोशिश करांगे, सानू कपड़े दे उत्ते ही इदां अनुभव होना शुरू हो जाएगा जिवें पानी दी लहरां चलदियां ने। एक हलचल पानी दी सानू अनुभव होनी शुरू हो जाती है प्रकाश, लेकिन अनुभवी प्रकाश है, हुंदा पानी की तरह, बहुत निर्मल पानी हुंदा जिवें, उवें दा सानू इत्थे अनुभव होना शुरू हो जाता है, जिसनूं आपां देखी जाना है।
ਧਿਆਉਣਾ। ਧਿਆਉਣ ਦਾ ਮਤਲਬ ਹੈ ਉਸ 'ਚ ਧਿਆਨ ਲਗਾਉਣਾ ਹੈ। फिर अपने आप को देखिए सम करके, दृष्टि सम करके फिर अपने आप को देखिए। फिर नीचे ध्यान ले जी, बिल्कुल लक्ष्य देखना आपने।
फिर सम करके अपने आप को देखिए, दृष्टि सम करके अपने आप को देखिए। फिर नीचे ले जाइए ध्यान। सामने लेके आइए ध्यान, सामने देखिए। मस्तक दे सामने ले जाइए ध्यान, पलकां उत्ते चुका। फिर सामने ले आइए ध्यान।
नीचे लै जाइए ध्यान। दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल जदों आपां अपने नेत्रां नूं संतोख लवांगे ते सानूं मन प्रकाश हो जाएगा, ते सारे पासे प्रकाश अनुभव हो जाएगा। फिर जिहड़े ये पंज चोर ने, पंज दूत ने, ये साडे मन नूं अपने जाल दे विच नहीं फसा सकते। ये सातों जोर दे नाल नहीं मंग सकते कि ध्यान तुसी इधर करो, ये करो। फिर आपां अपने साहिब नूं देख सकते हाँ, हर थां ते देख सकते हाँ। फिर आपां उस साहिब दी, परमेश्वर दी सिफ सलाह कर सकते हैं। इस माया दे देश विच, इस मासपुरी च बैठ के आपां सच्चे दे सोहले गा सकते हाँ। जो सानू सतगुरां दा उपदेश है कि आपां सच्चे साहिब दी सिफ सलाह करनी है। दुनिया ना सलाहे जो मर वंज सी, लोका ना सलाहे जो मर खाक थी। बाह मेरे साहिब वाह, गुरमुख सदा सलाही है, सच्चे बेपरवाह। फिर जिहड़े गुरमुख ने सदा ही उस परमेश्वर दी, साहिब दी, सच्चे दी सिफ सलाह करते हैं। क्योंकि दुनिया सलावांगे मरन वाली है, नासवान है, लेकिन परमेश्वर अविनाशी है। फिर असी उस सच्चे दे सोहले गा सकते हाँ। साहिब के गुण नानक गावे, मासपुरी विच आख मसौला। इत्थे मासपुरी क्योंकि मासपुरी साडा नौदरां दा जिला शरीर है, इत्थे बैठ के आपां उस परमेश्वर दे गुण गाउंदे हाँ। सो आओ इन्नी की विचार करते हैं। बहुत सारियां भुल्लां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।